ਬਾਰੇ ਕੁਝ ਸਿੱਖਿਆ ਤੁਸੀਂ ਪਿਛਲੇ 2-3 ਦਿਨ ਤੋਂ ਸੁਣ ਰਹੇ ਹੋ ਮੈਨੂੰ, ਤੁਸੀਂ ਪ੍ਰੈਜੈਂਟੇਸ਼ਨ ਕਰਦੇ ਹੋਏ ਐਨੀਥਿੰਗ that you learned specifically ਆਪਣੇ ਲਈ ਤੁਹਾਨੂੰ ਲੱਗਦਾ ਹੋਵੇ ਵੀ ਅਸੀਂ ਇਹ ਇੰਪਰੂਵਮੈਂਟ ਇੱਦਾਂ ਕਰਨੀ ਹੈ? ਡੈਫੀਨਿਟਲੀ ਭਾਜੀ ਮੈਂ ਇਹਦੇ 'ਚ ਕੁਝ ਐਡ ਕਰਨਾ ਚਾਹਾਂਗਾ। ਪ੍ਰੈਜੈਂਟੇਸ਼ਨ ਸਕਿੱਲ ਦੇ ਵਿੱਚ ਮੈਨੂੰ ਇਹ ਵਧੀਆ ਲੱਗਾ ਵੀ ਤੁਸੀਂ ਇਸ ਨੂੰ ਜਿੰਨਾ ਸਿੰਪਲ ਰੱਖੋਗੇ ਤੇ ਸਿਰਫ ਟੌਪਿਕ ਦੇ ਬਾਰੇ ਤੇ ਜਿੰਨਾ ਇਹਨੂੰ ਪ੍ਰੀਸਾਈਜ਼ਲੀ ਤੁਸੀਂ ਕਵਰ ਕਰੋਗੇ ਸਿੰਪਲ ਤੇ ਵਿਦਿਨ ਇੱਕ ਟੌਪਿਕ ਰਹਿ ਕੇ ਤੁਸੀਂ ਆਪਣੀ ਗੱਲ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋਗੇ ਤਾਂ ਓਨਾ ਹੀ ਵਧੀਆ। ਪ੍ਰੈਜੈਂਟੇਸ਼ਨ ਇਹ ਨਹੀਂ ਵੀ ਅਸੀਂ ਪੂਰਾ ਕੰਟੈਂਟ ਕਵਰ ਕਰਨਾ ਜੋ ਕਿਤਾਬ ਵਿੱਚ ਲਿਖਿਆ ਉਹ ਸਾਰਾ ਬੋਲਣਾ। ਸਾਡਾ ਮੇਨ ਫੋਕਸ ਹੋਣਾ ਚਾਹੀਦਾ ਵੀ ਅਗਲੇ ਨੂੰ ਕਿਸ ਤਰੀਕੇ ਨਾਲ ਸਮਝ ਲੱਗੇ। ਸੋ ਜਿਸ ਤਰੀਕੇ ਨਾਲ ਤੁਸੀਂ ਸਮਝਾਇਆ ਉਹਦੀ ਲਿੰਕ ਨੂੰ ਜੋੜਦੇ ਹੋਏ ਪ੍ਰੈਜੈਂਟੇਸ਼ਨ ਸ਼ੁੱਡ ਬੀ ਸਿੰਪਲ ਐਂਡ ਇਹਦੇ ਵਿੱਚ ਹੋਰ ਤੁਸੀਂ ਕਾਫੀ ਕੁਝ ਐਡ ਕੀਤਾ ਬਾਕੀ ਚੀਜ਼ਾਂ ਦੇ ਨਾਲ। Okay. Very right, Guramar ji. You have said very rightly that the presentation should be very simple और अपने लाइव एग्जाम्पल के साथ होना चाहिए और बहुत ही क्रिस्प होनी चाहिए जिससे कि जिसको आप प्रेजेंट कर रहे हो उसका इंटरेस्ट बना रहे। तो इट शुड बी वेरी क्रिस्प एंड टू द पॉइंट। बाकी एडिशनल बातें नहीं करनी है। एग्जाम्पल को कोट करिए जो एक नॉर्मल लाइफ से लिंक कर सकता है कोई भी। That's all. Thank you. Thank you. हेलो ਭਾਜੀ, ਪ੍ਰੈਜੈਂਟੇਸ਼ਨ ਸਕਿੱਲਸ ਦੇ ਮੈਂ 2-3 ਦਿਨਾਂ ਤੋਂ ਨੋਟ ਕੀਤਾ ਕਿ ਇੱਕ ਤਾਂ ਤੁਸੀਂ ਬਹੁਤ ਹੀ ਸਿੰਪਲ ਸੀਗੇ, ਫਲॉलेस ਸੀਗੇ, ਕਿਤੇ ਵੀ ਕੰਟੈਂਟ ਮਿਸਿੰਗ ਨਹੀਂ ਸੀਗਾ, ਲਿੰਕ ਮਿਸਿੰਗ ਨਹੀਂ ਸੀਗਾ, ਇਟ ਵਾਸ ਲਿੰਕੇਜ ਵਾਸ देयर। ਅੱਜ ਜਿਹੜੀ ਪ੍ਰੈਜੈਂਟੇਸ਼ਨ ਕੀਤੀ ਉਹਦੇ ਵਿੱਚ ਤੁਸੀਂ ਪਹਿਲਾਂ ਕੱਲ ਨੂੰ ਰੈਪ ਅਪ ਕੀਤਾ, ਕੱਲ ਅਸੀਂ ਕੀ ਸਿੱਖਿਆ, ਫਿਰ ਅੱਜ ਤੁਸੀਂ ਕੰਟੀਨਿਊ ਕੀਤਾ ਤਾਂ ਕਿ ਉਹ ਕੰਟੀਨਿਊਸ਼ਨ ਬਣ ਜਾਵੇ। ਦੂਜਾ ਤੁਸੀਂ ਲੈਂਗੁਏਜ ਚੂਜ਼ ਕੀਤੀ, ਹਿੰਦੀ ਜਾਂ ਇੰਗਲਿਸ਼ ਜਾਂ ਪੰਜਾਬੀ, ਜੋ ਵੀ ਅਸੀਂ ਲੈਂਗੁਏਜ ਚੂਜ਼ ਕਰਦੇ ਹਾਂ, ਤੁਸੀਂ ਸਾਰਾ ਕੰਟੈਂਟ ਉਹਦੇ ਵਿੱਚ ਹੀ ਬੋਲਿਆ ਤੇ ਬਹੁਤ ਸਿੰਪਲ ਤਰੀਕੇ ਨਾਲ ਫਲॉलेस, ਕਿਸੇ ਦਾ ਧਿਆਨ ਇੱਧਰ ਉੱਧਰ ਨਹੀਂ ਜਾਣ ਦਿੱਤਾ ਕਿਉਂਕਿ ਜਿਹੜਾ ਰਿਦਮ ਸੀਗਾ, ਰਿਦਮ ਵਾਸ देयर, ਰਿਦਮ ਇਜ਼ ਦ ਰਾਈਟ ਵਰਡ, ਰਿਦਮ ਸੀਗਾ। ਜਿਸ ਰਿਦਮ ਦੇ ਵਿੱਚ ਤੁਸੀਂ ਸ਼ੁਰੂ ਕੀਤਾ ਐਂਡ ਤੱਕ ਤੁਸੀਂ ਉਸੇ ਰਿਦਮ 'ਚ ਰਹੇ, ਕਿਤੇ ਵੀ ਰਿਦਮ ਨਹੀਂ ਟੁੱਟਿਆ। ਇਹ ਕੀ ਪੁਆਇੰਟਸ ਹਰੇਕ ਦੀ ਪ੍ਰੈਜੈਂਟੇਸ਼ਨ 'ਚ ਹੋਣੇ ਚਾਹੀਦੇ ਮੈਨੂੰ ਲੱਗਦਾ। ਥੈਂਕ ਯੂ। ਆਲਰਾਈਟ, ਥੈਂਕ ਯੂ। ਹਾਂਜੀ ਭਾਜੀ, ਤੁਹਾਡੀ ਪ੍ਰੈਜੈਂਟੇਸ਼ਨ ਸਕਿੱਲ ਤੋਂ ਤਾਂ ਮੈਂ ਇੱਕ ਚੀਜ਼ ਸਿੱਖੀ ਹੈ ਕਿ ਤੁਸੀਂ ਟ੍ਰੈਡੀਸ਼ਨਲ ਮਾਰਕੀਟ ਦੇ ਵਿੱਚ ਵਾਲੀ ਗੱਲ ਕਰਦੇ ਹੋ। ਮਤਲਬ ਤੁਸੀਂ ਵੀ ਐਕਚੁਅਲੀ ਸਾਡਾ ਜਿਹੜਾ ਸਿਸਟਮ ਹੈ ਉਹ ਇੰਟਰਨੈਸ਼ਨਲ ਹੈ, ਬਟ ਤੁਸੀਂ ਹਮੇਸ਼ਾ ਇੰਡੀਅਨ ਮਾਰਕੀਟ ਦੇ ਐਗਜ਼ਾਮਪਲਸ, ਇੰਡੀਅਨ ਮਾਰਕੀਟ ਨੂੰ ਰਿਲੇਟ ਕਰਕੇ ਹੀ ਚੀਜ਼ਾਂ ਦੱਸਦੇ ਹੋ ਐਂਡ ਇਸ ਵਿੱਚ ਆਪਣਾ ਪੰਜ ਆ ਜਾਂਦਾ। ਸੁਣਨ ਵਾਲੇ ਨੂੰ ਵੀ ਇਹ ਹੁੰਦਾ ਕਿ ਯੈਸ ਵੀ ਆਰ ਟਾਕਿੰਗ ਅਬਾਊਟ ਇੰਡੀਅਨ ਥਿੰਗ, ਨਾਟ ਐਨੀ ਅਦਰ ਵਰਲਡ ਥਿੰਗ, ਤੇ ਉਸ ਨਾਲ ਰਿਲੇਟ ਹੋ ਜਾਂਦਾ ਹੈ ਤੇ ਈਜ਼ੀ ਹੋ ਜਾਂਦਾ ਸਮਝਣਾ, ਕੰਸੈਪਟ ਨੂੰ ਸਮਝਣਾ, ਤੇ ਉਹਨੂੰ ਲੱਗ ਜਾਂਦਾ ਕਿ ਯੈਸ ਪੈਸਾ ਡਾਲਰਸ ਨਹੀਂ, ਪੈਸਾ ਇੰਡੀਅਨ ਰੁਪੀਸ 'ਚ ਬਣੇਗਾ। ਸੋ ਮਤਲਬ ਉਹ ਬੰਦਾ ਰਿਲੇਟ ਕਰ ਜਾਂਦਾ ਤੇ ਉਹ ਬੰਦੇ ਨੂੰ ਸਮਝਣਾ ਸੌਖਾ ਹੋ ਜਾਂਦਾ, ਜੋ ਮੈਨੂੰ ਲੱਗਿਆ। ਬਾਕੀ ਤੁਹਾਡੀ ਪ੍ਰੈਜੈਂਟੇਸ਼ਨ ਸਕਿੱਲਸ, ਤੁਸੀਂ ਨੌਲੇਜ ਤੁਹਾਡੇ ਕੋਲ ਹੈਗੀ ਐਂਡ ਯੂ ਡੂ ਇਟ ਇਨ ਰਾਈਟ ਵੇ, ਮਤਲਬ ਸਿੰਪਲ ਰੱਖ ਕੇ ਕਦੀ ਇੱਧਰ ਉੱਧਰ ਦੀ ਗੱਲ ਨਹੀਂ ਕਰਦੇ, ਜਸਟ ਟੂ ਦਾ ਪੁਆਇੰਟ ਰਹਿੰਦੇ ਹੋ ਤੇ ਹਮੇਸ਼ਾ ਬਾਕੀ ਸਪੀਕਰਸ ਨੂੰ ਵੀ ਇਨਵੋਲਵ ਕਰਦੇ ਹੋ ਅਬਾਊਟ ਦਾ ਇਨਟੇਕ ਐਂਡ ਆਲ। ਸੋ ਉਹਦੇ ਨਾਲ ਤੁਹਾਡੀ ਪ੍ਰੈਜੈਂਟੇਸ਼ਨ ਸੁਣਨ 'ਚ ਮਜ਼ਾ ਵੀ ਬਹੁਤ ਆਉਂਦਾ ਤੇ ਈਗਰਲੀ ਵੇਟ ਵੀ ਕਰੀ ਦੀ ਹੈ। ਬਟ ਜਿਹੜਾ ਇੰਡੀਅਨ ਮਾਰਕੀਟ ਤੁਸੀਂ ਰਿਲੇਟ ਕਰਦੇ ਹੋ, ਦੈਟ ਇਜ਼ ਦਾ ਪਲੱਸ ਪੁਆਇੰਟ, ਵਟ ਯੂ ਡੂ। ਥੈਂਕ ਯੂ, ਥੈਂਕ ਯੂ। ਗੁਰਮਰ ਤੁਸੀਂ ਕੰਟੀਨਿਊ ਕਰ ਸਕਦੇ ਹੋ। गुरुमर सर की इसमें एक पॉइंट, एक एग्जांपल ऐड करना चाहूँगा सर। अभी 2-3 दिन पहले गुरामर पाजी से बात हो रही थी तो उन्होंने एक एग्जांपल कोट किया कि जैसे उनके किसी फ्रेंड ने बोला कि यार मैंने देखा है कि आप भी नेटवर्क मार्केटिंग कर रहे हो, तो मतलब कैसे कर रहे हो आप? तो पाजी ने वहाँ एक एग्जांपल दिया कि जैसे वो दोनों गाड़ी में जा रहे थे तो गुरामर पाजी ने फ्रेंड को बोला कि यार हम जो गाड़ी में बैठे
और आपने गाड़ी में फ्यूल डलवाया, गाड़ी स्टार्ट करी और हम इस पे ड्राइव पे जा रहे हैं, बस ऐसे ही हम MLM करते हैं। तो मतलब मेरे को जो एक एग्जांपल उस दिन पाजी ने बोला था, अभी भी मेरे माइंड में घूमता रहता है कि जब कभी मैं भी किसी के साथ ऐसे ड्राइविंग पे जाऊंगा, लॉन्ग ड्राइव पे जाऊंगा, तो मैं भी एग्जांपल दूंगा कि ऐसे जी। MLM होता कैसे है, कि कैसे हम अपने व्हीकल को बता रहे हैं, उसके साथ साथ हमने उसको एक्सपोज किया, फिर उसको प्रोडक्ट यूज करना। प्रोडक्ट यूज का मतलब जैसे उन्होंने बोला कि आपने उसको फ्यूल डलवाया, तो वहां हम अपने जो डेली यूजेस की चीजों को उससे रिलेट कर रहे थे। तो जो एक देसी एग्जांपल जो हमारा बीच में हम ऐड करते हैं, तो वो हमें कभी नहीं भूलता। सही, थैंक यू जी सर। थैंक यू। ਜੀ ਭਾਜੀ। ਸੋ ਜਿਹੜੀ ਪ੍ਰੈਜੈਂਟੇਸ਼ਨ, ਸੌਰੀ ਮੈਂ ਪਹਿਲਾਂ ਡਿਸਟਰਬ ਹੋ ਗਿਆ ਸੀਗਾ, ਜਿਹੜੀ ਪ੍ਰੈਜੈਂਟੇਸ਼ਨ ਤੁਹਾਡੀ ਹੁੰਦੀ ਹੈ ਬੜੀ ਸਿੰਪਲ ਤੇ ਫਲॉलेस ਹੁੰਦੀ ਹੈ, ਉਹਦਾ ਕਾਰਨ ਹੈ ਵੀ ਤੁਸੀਂ ਪਹਿਲਾਂ ਉਹਦੀ ਤਿਆਰੀ ਕੀਤੀ ਹੁੰਦੀ ਹੈ। ਤੇ ਕੋਈ ਵੀ ਪ੍ਰੈਜੈਂਟੇਸ਼ਨ ਕਰਨ ਤੋਂ ਪਹਿਲਾਂ ਤੁਹਾਡੇ ਆਪਣੇ ਨੋਟਸ ਤੁਹਾਡੇ ਕੋਲ ਹੋਣੇ ਚਾਹੀਦੇ ਨੇ, ਤੇ ਤੁਸੀਂ ਜਿਸ ਦੇ ਉੱਤੇ ਬੋਲਣਾ, ਜਿਸ ਕੰਟੈਂਟ ਤੇ ਬੋਲਣਾ, ਉਹ ਕੰਟੈਂਟ ਤੁਹਾਡਾ ਕਲੀਅਰ ਹੋਣਾ ਚਾਹੀਦਾ। ਤੇ ਉਸ ਵਿਦਿਨ ਏ ਟਾਈਮ ਰਹਿੰਦੇ ਹੋਏ ਤੁਸੀਂ ਉਸ ਪ੍ਰੈਜੈਂਟੇਸ਼ਨ ਦੇ ਜਿਸਟ ਨੂੰ, ਉਸ ਕਰੈਕਸ ਨੂੰ ਕੋਸ਼ਿਸ਼ ਕਰਦੇ ਵੀ ਸਮਝ ਆਵੇ, ਇੰਸਟੈਡ ਆਫ, ਚਾਹੇ ਉਹ ਜਿੱਦਾਂ ਕਮਲ ਭਾਈ ਨੇ ਦੱਸਿਆ ਵੀ ਲੈਂਗੁਏਜ ਨੂੰ ਤੁਸੀਂ ਸਿੰਪਲੀਫਾਈ ਚੂਜ਼ ਕਰਦੇ ਜੇ, ਜਿਹੜੀ ਕਿ ਸਾਰਿਆਂ ਨੂੰ ਸਮਝ ਆਵੇ, ਉਸ ਐਗਜ਼ਾਮਪਲਸ ਦੇ ਨਾਲ ਉਹਨਾਂ ਨੂੰ ਕੋਰਿਲੇਟ ਕੀਤਾ ਜਾਂਦਾ। ਤੇ ਇਹ ਸਾਰੀਆਂ ਚੀਜ਼ਾਂ ਇੱਕ ਜਿਹੜਾ ਪ੍ਰੈਜੈਂਟੇਸ਼ਨ ਨੂੰ ਸੁਣ ਰਿਹਾ ਹੁੰਦਾ ਉਹਨੂੰ ਇੰਟਰੈਕਟਿਵ ਕਰਦੀਆਂ ਨੇ, ਇੰਟਰੈਕਟਿਵ ਬਣਾਉਂਦੀਆਂ ਨੇ, ਤੇ ਉਹ ਅਟੈਚਡ ਰਹਿੰਦਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ। ਸੋ ਇਹ ਮੇਰਾ ਇਨਟੇਕ ਹੈ ਵੀ ਪ੍ਰੈਜੈਂਟੇਸ਼ਨ ਇਸ ਤਰੀਕੇ ਨਾਲ ਹੋਣੀ ਚਾਹੀਦੀ ਹੈ। ਓਕੇ, ਥੈਂਕ ਯੂ ਸੋ ਮਚ। ਮਤਲਬ ਸਾਡਾ ਮੇਨ ਕਾਰਨ ਜ਼ੂਮ ਕਾਲਸ ਦਾ ਇਹੀ ਹੈ ਕਿ ਅਸੀਂ ਆਪਣੇ ਸਾਰੇ ਜਣੇ ਆਪਣੀ ਪ੍ਰੈਜੈਂਟੇਸ਼ਨ ਸਕਿੱਲਸ ਜਿਹੜੀਆਂ ਵਧਾ ਸਕੀਏ, ਕਿਉਂਕਿ ਜਦੋਂ ਸਾਡੀ ਪ੍ਰੈਜੈਂਟੇਸ਼ਨ ਸਕਿੱਲ ਵਧੀਆ ਹੋਏਗੀ ਤਾਂ ਓਬਵੀਅਸਲੀ ਜਿਵੇਂ ਹੁਣ ਗੁਰਮਨ ਨੇ ਮੈਂਸ਼ਨ ਕੀਤਾ ਕਿ ਸਾਡੀ ਪਹਿਲਾਂ ਅੰਡਰਸਟੈਂਡਿੰਗ ਉਹ ਜ਼ਿਆਦਾ ਵਧੀਆ ਹੋਏਗੀ। ਸੋ ਆਈ ਡੈਫੀਨੇਟਲੀ ਆਈ ਡੂ ਮੇਕ ਨੋਟਸ ਐਂਡ ਐਵਰੀ ਡੇ ਆਈ ਓਨਲੀ ਟੇਕ 10 to 15 ਮਿੰਟਸ ਆਈ ਡੂ ਟੇਕ। ਤੋ 2 ਦਿਨ ਤਾਂ ਮੇਰੀ ਵੈਸੇ ਹੀ ਹਸ਼ ਦੇ ਵਿੱਚ ਮੈਨੂੰ ਮਿਲੀ ਹੈ ਪ੍ਰੈਜੈਂਟੇਸ਼ਨ, ਸੋ ਆਈ ਓਨਲੀ ਹੈਡ ਹਾਰਡਲੀ 20 minutes ਟੂ ਪ੍ਰਪੇਅਰ ਮਾਈ ਥਿੰਗ। ਸੋ ਉਹ ਮੈਂ ਜ਼ਰੂਰ ਕਰਦਾ, ਮੇਰੇ ਕੋਲ ਲਿਖਿਆ ਹੋਇਆ ਡੇਟ ਵਾਈਜ਼ ਕਿਹੜੇ ਪੁਆਇੰਟਸ। ਹਾਲਾਂਕਿ ਮੈਂ ਪਿਛਲੀ ਵਾਰ ਜੇ ਕੀਤੀ ਹੋਈ ਪ੍ਰੈਜੈਂਟੇਸ਼ਨ ਤਾਂ ਉਹਦੇ ਨਾਲ ਥੋੜੀ ਜਿਹੀ ਡਿਫਰੈਂਟ ਹੋਏਗੀ, ਜਿਵੇਂ ਜਿਵੇਂ ਤੁਹਾਡਾ ਸਭ ਦਾ ਅੰਡਰਸਟੈਂਡਿੰਗ ਵੱਧ ਰਹੀ ਹੈ। ਸੋ ਆਈ ਡੂ ਵਾਂਟ ਕਿ ਐਵਰੀਬਡੀ ਹੈਜ਼ ਟੂ ਇੰਪਰੂਵ ਇਨ ਦੇਅਰ ਅੰਡਰਸਟੈਂਡਿੰਗ ਆਲਸੋ। ਸੋ ਪ੍ਰੈਜੈਂਟੇਸ਼ਨ ਸਕਿੱਲਸ ਕਰਨ ਦੇ ਨਾਲ ਅਸੀਂ ਆਪਣੇ ਆਪ ਨੂੰ ਪਰਖਦੇ ਹਾਂ। ਜਦੋਂ ਕਰ ਲੈਂਦੇ ਹਾਂ ਫਿਰ ਪਰਖਦੇ ਹਾਂ, ਦੂਜਿਆਂ ਨੂੰ ਵੀ ਕਹਿੰਦੇ ਹਾਂ ਪਰਖਣ ਲਈ, ਆਪ ਵੀ ਪਰਖਦੇ ਹਾਂ। ਉਹ ਪਰਖਣ ਦੇ ਵਿੱਚ ਕੀ ਹੁੰਦਾ ਕਿ ਅਸੀਂ ਸਬਜੈਕਟ ਦੀ ਨੌਲੇਜ ਨੂੰ ਤੇ ਅੰਡਰਸਟੈਂਡਿੰਗ ਨੂੰ ਵੱਧ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜੇ ਮੈਨੂੰ ਇਹ ਸਬਜੈਕਟ ਜਾਂ ਇਹ ਟੌਪਿਕ ਚੰਗੀ ਤਰ੍ਹਾਂ ਸਮਝ ਆਇਆ ਹੁੰਦਾ ਤੇ ਓਬਵੀਅਸਲੀ ਮੈਂ ਇਹਨੂੰ ਵਧੀਆ ਪ੍ਰੈਜ਼ੈਂਟ ਕਰ ਸਕਦਾ। ਸੋ ਇਹਦੇ ਪ੍ਰੈਜ਼ੈਂਟੇਸ਼ਨ ਦੇ ਨਾਲ ਸਾਡੀ ਐਕਚੁਅਲੀ ਅੰਡਰਸਟੈਂਡਿੰਗ ਵੱਧਦੀ ਹੈ। ਸੋ 2 ਹੀ ਕਾਰਨ ਨੇ ਜਿਹੜੇ ਕਰਕੇ ਲੋਕ ਨਹੀਂ ਕਰਦੇ ਇਸ MLM ਨੂੰ। ਉਹ ਹੈਗਾ ਉਹ ਅੰਡਰਸਟੈਂਡ ਨਹੀਂ ਕਰਦੇ, ਤੇ ਦੂਜਾ ਉਹਨਾਂ ਨੂੰ ਵਿਸ਼ਵਾਸ ਨਹੀਂ ਹੁੰਦਾ। ਜੇ ਪ੍ਰੈਜ਼ੈਂਟੇਸ਼ਨ ਤਿਆਰ ਕਰਨਾ ਤੇ ਡਿਲੀਵਰ ਕਰਨ ਦੇ ਵਿੱਚ ਹੀ ਅਸੀਂ ਇਹ ਚੀਜ਼ ਸਿੱਖ ਜਾਈਏ what MLM is and how to drive it ਬਾਰ-ਬਾਰ ਕਰਕੇ, ਤਾਂ ਸਾਡਾ ਬਹੁਤ ਸਮਾਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਬਰਬਾਦ ਹੋਣਾ ਸੀਗਾ ਉਹ ਬਚ ਗਿਆ। ਤੇ ਹੁਣ ਕਨਸਨਟਰੇਟ ਹੋ ਕੇ ਪੜ੍ਹਾਈ ਕਰ ਲਓ, 2-3 ਮਹੀਨੇ 4 ਮਹੀਨੇ ਚੰਗੀ ਤਰ੍ਹਾਂ ਲਾ ਲਓ, ਪੜ੍ਹ ਲਓ, ਬਾਅਦ ਦੇ ਵਿੱਚ ਫਿਰ ਉਹ ਸੈਕੰਡ ਨੇਚਰ ਬਣ ਜਾਏਗੀ MLM। ਸੋ ਕਦੀ ਵੀ ਸਾਨੂੰ ਦਿੱਕਤ ਨਹੀਂ ਆਏਗੀ। ਸੋ that is why our goal of this Zoom call is that we improve our presentation skills, which will improve our understanding, which will also improve our probability to be successful in this business. So ਕੱਲ ਕੁਝ ਪੁਆਇੰਟਸ ਸੀਗੇ ਜਿਹੜੇ ਮੈਂ ਸੈਕੰਡ ਸੈਸ਼ਨ ਦੇ ਵਿੱਚ ਕੀਤੇ ਸੀਗੇ, ਉਹਦੇ ਵਿੱਚ ਇਹੀ ਦੱਸਿਆ ਸੀਗਾ ਮੇਨ ਤੌਰ ਤੇ ਕਿ ਜਦੋਂ ਅਸੀਂ ਮਲਟੀ ਲੈਵਲ ਮਾਰਕੀਟਿੰਗ ਦੇ ਵਿੱਚ ਲੋਕਾਂ ਨੂੰ ਜਿਨ੍ਹਾਂ ਨੂੰ ਅਸੀਂ ਅਪਰੋਚ ਕਰਦੇ ਹਾਂ ਉਹ ਨੌਨ ਸੇਲਸ ਟਾਈਪ ਕਿਉਂ ਹੁੰਦੇ ਨੇ, ਕਿਉਂਕਿ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਚੂਜ਼ ਕੀਤੀ ਹੁੰਦੀ ਆ ਆਈਦਰ ਜੌਬ ਜਾਂ ਪ੍ਰੋਫੈਸ਼ਨ। ਸੋ ਕਿਤੇ ਜੌਬ ਕਰਕੇ ਸੈਲਰੀ ਲੈ ਕੇ 30 ਦਿਨ ਕੰਮ ਕੀਤਾ, ਸੈਲਰੀ ਲੈ ਲਈ, ਦੈਟ ਇਜ਼ ਦੇਅਰ ਗੋਲ, ਮੇਨ ਗੋਲ ਕਿ ਘਰ-ਬਾਰ ਚੱਲਣਾ ਚਾਹੀਦਾ, ਨੌਕਰੀ ਹੋਣੀ ਚਾਹੀਦੀ ਹੈ। ਸੋ ਉਹਨਾਂ ਕੋਲ ਤੇ ਪ੍ਰੋਫੈਸ਼ਨਲਸ ਕੋਲ ਜਿਹੜਾ ਵਕੀਲ ਹੋਊਗਾ
ਜਾਂ ਸੀਏ ਹੋਊਗਾ, ਉਹਨਾਂ ਕੋਲ ਬਿਜ਼ਨਸ ਸਕਿੱਲਸ ਨਹੀਂ ਹੁੰਦੇ। ਆਬਵੀਅਸਲੀ ਪ੍ਰੋਫੈਸ਼ਨਲਸ ਆਪਣਾ ਕੰਮ ਆਪ ਕਰਦੇ ਨੇ, ਪਰ ਬਿਜ਼ਨਸ ਸਕਿੱਲਸ ਨਹੀਂ ਹੁੰਦੇ ਉਹਨਾਂ ਕੋਲ। ਸੋ ਇੱਥੇ ਆਲ ਆਫ ਅ ਸਡਨ ਅਸੀਂ ਉਹ ਲੋਕਾਂ ਨੂੰ ਅਪਰੋਚ ਕਰਦੇ ਹਾਂ ਜਿਨ੍ਹਾਂ ਨੇ ਜ਼ਿੰਦਗੀ 'ਚ ਕਦੀ ਕੋਈ ਬਿਜ਼ਨਸ ਕੀਤਾ ਨਹੀਂ ਹੁੰਦਾ। ਜਿਹਨੂੰ ਬਿਜ਼ਨਸ ਵਾਲੇ ਨੂੰ ਅਸੀਂ ਮਿਲਦੇ ਹਾਂ, ਉਹਨੂੰ ਜੇ ਸਮਝ ਆ ਜੇ ਤਾਂ ਉਹ ਸੇਲਸ ਟਾਈਪ ਹੁੰਦਾ। ਕਿਉਂਕਿ ਜਿਹੜਾ ਬੰਦਾ ਬਿਜ਼ਨਸ ਨਹੀਂ ਕਰ ਰਿਹਾ, ਪਹਿਲਾਂ ਜੌਬ ਕਰ ਰਿਹਾ, ਉਹ ਕਿਹੜੀ ਗੱਲ ਤੋਂ ਬਿਜ਼ਨਸ ਪਹਿਲਾਂ ਤੋਂ ਨਹੀਂ ਕਰ ਰਿਹਾ। ਹਾਲਾਂਕਿ ਬਚਪਨ ਤੋਂ ਹੀ ਉਹਦੀ ਇੱਕ ਖੁਆਇਸ਼ ਹੁੰਦੀ ਹੈ ਕਿ ਬਿਜ਼ਨਸ ਹੋਏਗਾ ਤੇ ਮੇਰੀ ਜ਼ਿੰਦਗੀ ਵਧੀਆ ਹੋਏਗੀ। ਜੌਬ ਨਾਲੋਂ ਬਿਜ਼ਨਸ ਵਧੀਆ ਹੁੰਦਾ, ਕਾਰੋਬਾਰ ਨੌਕਰੀ ਨਾਲੋਂ ਕਾਰੋਬਾਰ ਦੇ ਵਿੱਚ ਆਜ਼ਾਦੀ ਜ਼ਿਆਦਾ ਹੁੰਦੀ, ਪੈਸਾ ਵੀ ਜ਼ਿਆਦਾ ਹੁੰਦਾ, ਮਨਮਰਜ਼ੀ ਦੀ ਬੰਦਾ ਜ਼ਿੰਦਗੀ ਜੀ ਸਕਦਾ। ਇੱਕ ਸ਼ੁਰੂ ਤੋਂ ਸੁਪਨਾ ਹੁੰਦਾ ਹਰ ਬੰਦੇ ਦਾ, ਲੇਕਿਨ ਉਹ ਪੂਰਾ ਤਾਂ ਨਹੀਂ ਕਰ ਸਕਦਾ ਕਿਉਂਕਿ ਉਹਦੇ ਕੋਲ ਬਿਜ਼ਨਸ ਦੇ ਸਕਿੱਲਸ ਨਹੀਂ ਹੁੰਦੇ। ਤੇ ਸਭ ਤੋਂ ਵੱਡੀ ਚੀਜ਼ ਉਹਦੇ ਦਿਮਾਗ ਦੇ ਵਿੱਚ ਘਰ ਕਰ ਚੁੱਕੀ ਹੁੰਦੀ ਹੈ ਕਿ ਬਿਜ਼ਨਸ ਕਰਨ ਵਾਸਤੇ ਮੈਨੂੰ ਵੇਚਣਾ ਪਊਗਾ ਕੁਛ ਨਾ ਕੁਛ। ਜੇ ਦੁਕਾਨ ਵੀ ਖੋਲਣੀ ਹੈ ਤਾਂ ਵੀ ਮੈਨੂੰ ਵੇਚਣਾ ਪਊਗਾ, ਦੁਕਾਨ ਤੇ ਖੜਨਾ ਪਊਗਾ, ਪ੍ਰੈਜ਼ੈਂਟ ਕਰਨਾ ਪਊਗਾ ਆਪਣਾ ਪ੍ਰੋਡਕਟ ਜਾਂ ਕੋਈ ਵੀ ਚੀਜ਼ ਜਿਹੜੀ ਮੈਂ, ਚਾਹੇ ਮੈਂ ਕੈਮਿਸਟ ਦੀ ਦੁਕਾਨ ਹੀ ਖੋਲਣੀ ਹੈ, ਤੇ ਜੇ ਮੈਂ ਕੈਮਿਸਟ ਦੀ ਸ਼ਾਪ ਖੋਲ ਕੇ ਬਹਿ ਗਿਆ ਤਾਂ ਮੈਨੂੰ ਪਹਿਲਾਂ ਕੈਮਿਸਟ ਦੀ ਸ਼ਾਪ ਦੀ ਨੌਲੇਜ ਚਾਹੀਦੀ ਹੈ, ਫਿਰ ਮੈਨੂੰ ਵੇਚਣਾ ਵੀ ਆਉਣਾ ਚਾਹੀਦਾ। ਕਿਉਂਕਿ ਬੰਦਾ ਤਾਂ ਉੱਥੇ ਲੜ ਪਏਗਾ, ਯਾਰ ਦੂਜਾ ਕੈਮਿਸਟ 10 ਰੁਪਏ ਦੀ ਦਿੰਦਾ, ਤੂੰ 12 ਦੀ ਲਾ ਰਿਹਾ। ਉਹ ਬਿਜ਼ਨਸ ਹੈ, ਦਵਾਈ ਉਹੀ ਹੈ। ਹੁਣ ਇਹ 12 ਦੀ ਕਿਉਂ ਲਾ ਰਿਹਾ, ਇਹਦਾ ਆਪਣਾ ਬਿਜ਼ਨਸ ਮਾਡਲ ਹੋ ਸਕਦਾ, ਲੇਕਿਨ ਗਾਹਕ ਤੇ ਕਹੇਗਾ ਵੀ ਤੂੰ 12 ਦੀ ਲਾ ਰਿਹਾ, ਉਹ 10 ਦੀ ਲਾਉਂਦਾ, ਤੇ ਤੁਹਾਨੂੰ 10 ਦੀ ਦੇਣੀ ਪਊਗੀ। ਏਦਾਂ ਬਿਜ਼ਨਸ ਸਕਿੱਲਸ ਆਉਣਗੇ। ਸੋ ਬਿਜ਼ਨਸ ਸਕਿੱਲਸ ਨਾ ਹੋਣ ਕਰਕੇ ਲੋਕੀ ਜੌਬਸ ਦੇ ਵਿੱਚ ਰਹਿੰਦੇ ਨੇ। ਇੱਥੇ ਆ ਕੇ ਜਿਵੇਂ ਅਸੀਂ ਉਹਨਾਂ ਨੂੰ ਮਲਟੀ ਲੈਵਲ ਮਾਰਕੀਟਿੰਗ 'ਚ ਲੈ ਕੇ ਆਏ, ਇਹ ਹੈ ਹੀ ਬਿਜ਼ਨਸ ਹੈ 100%। ਫਿਰ ਇੱਥੇ ਉਹਨਾਂ ਨੂੰ ਚੈਲੰਜ ਆਉਂਦਾ ਕਿ ਯਾਰ ਇੱਥੇ ਵੇਚਣਾ ਪਊਗਾ, ਕਿਉਂਕਿ ਬਿਜ਼ਨਸ ਹੈ। ਵਰਡ ਬਿਜ਼ਨਸ ਦੇ ਨਾਲ ਹੀ ਸੈਲਿੰਗ ਜੁੜੀ ਹੋਈ ਹੈ। ਵੇਚਣਾ ਪਊਗਾ ਜਾਂ ਪ੍ਰੈਜ਼ੈਂਟ ਕਰਨਾ ਪਊਗਾ, ਗਾਂਹ ਵਧੂ ਹੋਣਾ ਪਊਗਾ, ਅੱਗੇ ਜਾ ਕੇ ਕੁਝ ਕਰਨਾ ਪਊ, ਮਤਲਬ ਅੱਗੇ ਹੋ ਕੇ ਕੰਮ ਕਰਨ ਵਾਲਾ ਕੰਮ ਜਿਹੜਾ ਉਹਨੂੰ ਬਿਜ਼ਨਸ ਕਿਹਾ ਜਾਂਦਾ। ਇਸ ਕਰਕੇ ਲੋਕੀ ਬਿਜ਼ਨਸ ਦੇ ਵਿੱਚ ਗਾਂਹ ਨਹੀਂ ਆਉਂਦੇ। ਪਰ ਜਿਹੜਾ ਸੇਲਸ ਵਾਲਾ ਹੋਊਗਾ ਸਾਡੇ ਇਸ ਕਨਸੈਪਟ ਦੇ ਹਿਸਾਬ ਸਿਰ, ਜਾਂ ਮਲਟੀ ਲੈਵਲ ਮਾਰਕੀਟਿੰਗ ਦੇ ਵਿੱਚ ਜਿਹੜਾ ਸੇਲਸ ਵਾਲਾ ਹੋਊਗਾ ਜਾਂ ਬਿਜ਼ਨਸ ਮਾਈਂਡ ਵਾਲਾ ਪਹਿਲਾਂ ਤੋਂ ਸੇਲਸ ਵਾਲਾ ਹੋਊਗਾ, ਉਹ ਬੰਦਾ ਇੱਥੇ ਤਾਂ ਨਹੀਂ ਕਾਮਯਾਬ ਹੋਏਗਾ ਕਿਉਂਕਿ ਉਹਨੂੰ ਹੋਏਗਾ ਵੀ ਬਾਹਰਲੀ ਦੁਨੀਆ ਤੇ ਉਹਨੇ ਸਿੱਖਿਆ ਕਿ ਫਟਾਫਟ ਆਪਣੇ ਪੈਸੇ ਕਮਾਓ ਤੇ ਲਾਂਭੇ ਹੋ। ਇੱਥੇ ਪਹਿਲਾਂ ਕਿਸੇ ਦੇ ਪੈਸੇ ਆਉਣਗੇ ਤਾਂ ਸਾਨੂੰ ਆਉਣਗੇ। ਜੇ ਮੈਂ ਕਿਸੇ ਨੂੰ ਸਿਖਾਵਾਂਗਾ ਮੈਨੂੰ ਕੀ ਆਉਂਦਾ ਤਾਂ ਮੇਰਾ ਬਿਜ਼ਨਸ ਠੋਸ ਹੋਊਗਾ, ਫਿਰ ਉਹ ਅੱਗੇ ਕਿਸੇ ਨੂੰ ਸਿਖਾਊਗਾ ਤਾਂ ਉਹਦਾ ਹੋਊਗਾ ਜਿਹਨੂੰ ਮੈਂ ਲੈ ਕੇ ਆਇਆ। ਫਿਰ ਜਿਹੜਾ ਜਿਹਨੂੰ ਵੀ ਕੋਈ ਬੰਦਾ ਲੈ ਕੇ ਆਊਗਾ, ਜਦੋਂ ਤੱਕ ਉਸ ਨੂੰ ਅੱਗੇ ਐਕਸਪੈਂਡ ਨਹੀਂ ਕਰੇਗਾ, ਉੱਪਰ ਪੈਸੇ ਨਹੀਂ ਆਉਣੇ। ਇਹ ਚੀਜ਼ ਆ ਕੇ ਜਦੋਂ ਕਰਨੀ ਪੈਣੀ ਹੈ, ਇਹ ਮਲਟੀ ਲੈਵਲ ਮਾਰਕੀਟਿੰਗ ਹੈ ਐਕਚੁਅਲੀ। ਇਹ ਕਿਸੇ ਨੂੰ ਸਮਝ ਨਹੀਂ ਆਉਂਦੀ, ਉਹ ਕਰਨ ਵਾਸਤੇ ਸਾਨੂੰ ਸਿਖਾਉਣਾ ਪਊਗਾ। ਤੇ ਉੱਥੇ ਫਿਰ ਨੌਨ ਸੇਲਸ ਟਾਈਪ ਨੂੰ ਮੌਜ ਇਹ ਹੋ ਜਾਂਦੀ ਹੈ ਕਿ ਯਾਰ ਜੇ ਉਹਨੂੰ ਜਦੋਂ ਉਹਨੂੰ ਇਹ ਪ੍ਰੈਜੈਂਟੇਸ਼ਨ ਸਮਝ ਆ ਜਾਏ ਕਿ 5 ਬੰਦਿਆਂ ਤੋਂ ਵੱਧ ਤੂੰ ਕਰਨੇ ਨਹੀਂ, ਉਹ ਰਿਲੈਕਸ ਹੋ ਜਾਂਦਾ ਵੀ ਯਾਰ ਠੀਕ ਹੈ, ਜੇ ਮੈਂ 1-2 ਨਾਲ ਵੀ ਸਟਾਰਟ ਕਰਕੇ 5 ਤੱਕ ਲੈ ਗਿਆ ਤੇ ਉਹਨਾਂ ਨੂੰ ਹੀ ਸਿਖਾਉਣਾ ਨਾ ਭਾਜੀ, ਹਾਂਜੀ, ਫਿਰ ਉਹ ਕਹਿੰਦਾ ਠੀਕ ਹੈ ਆਪਾਂ ਕਰ ਸਕਦੇ ਹਾਂ। ਉਹ ਨੌਨ ਸੇਲਸ ਟਾਈਪ ਤਾਂ ਕਾਮਯਾਬ ਮਹਿਸੂਸ ਕਰਦਾ। ਇੱਕ ਤਾਂ ਉਹਨੂੰ ਸਟ੍ਰੇਂਜਰਸ ਨਾਲ ਗੱਲ ਕਰਨੀ ਨਹੀਂ ਪੈਂਦੀ ਕਿਉਂਕਿ ਸਟ੍ਰੇਂਜਰਸ ਨਾਲ ਗੱਲ ਕਰਨੀ ਸਾਡੇ ਲਈ ਐਸਟ ਤਾਂ ਹੈ, ਪਰ ਉਹੀ ਸਾਡਾ ਫੇਲੀਅਰ ਵੀ ਹੈ ਇੱਕ ਚੀਜ਼। ਸੋ ਜਦੋਂ ਜਿਹੜੀ ਚੀਜ਼ ਸਾਨੂੰ ਫੇਲ ਕਰ ਰਹੀ ਹੈ ਆਪਾਂ ਕਿਉਂ ਕਰੀਏ? ਸੋ ਜਿਹੜੀ ਚੀਜ਼ ਸਾਨੂੰ ਕਾਮਯਾਬ ਕਰ ਰਹੀ ਹੈ, ਜੇ ਉਹ ਚੀਜ਼ ਸਾਨੂੰ ਅੱਗੇ ਲੈ ਕੇ ਜਾ ਰਹੀ ਹੈ, ਕਾਮਯਾਬ ਕਰ ਰਹੀ ਹੈ, ਉਹ ਹੈਗੀ ਟੀਚਿੰਗ। ਸੋ ਇੱਕ ਤਾਂ ਉਹਦੀ ਆਦਤ ਹੈਗੀ ਲੋਕਾਂ ਨਾਲ, ਨਵੇਂ ਲੋਕਾਂ ਨਾਲ ਨਾ ਗੱਲ ਕਰਨ ਦੀ, ਉਹ ਉਹਦਾ ਐਸਟ ਬਣ ਜਾਂਦਾ। ਸੋ ਇਟਸ ਈਜ਼ੀ ਫॉर ਅਸ ਟੂ ਟੀਚ ਵਨ ਫਰੈਂਡ ਐਂਡ ਦੈਨ ਟੀਚ देयर ਫਰੈਂਡਸ ਐਂਡ ਦੈਨ ਟੀਚ देयर ਫਰੈਂਡਸ ਐਂਡ ਦੈਨ ਟੀਚ देयर ਫਰੈਂਡਸ। ਸੋ 4 ਡੀਪ ਤੱਕ ਅਸੀਂ ਕਿਸੇ ਸਿਖਾਉਂਦੇ ਚਲੇ ਜਾਵਾਂਗੇ, ਬਿਜ਼ਨਸ ਠੋਸ ਹੋ ਜਾਏਗਾ। ਇਸ ਕਰਕੇ ਨੌਨ ਸੇਲਸ ਟਾਈਪ ਜਿਹੜਾ ਬੰਦਾ ਹੁੰਦਾ, ਜਿਹੜਾ ਆਮ ਜੌਬ ਪ੍ਰੋਫੈਸ਼ਨ 'ਚ ਹੋਣਗੇ ਲੋਕ, ਉਹਨਾਂ ਨੂੰ ਇਹ ਚੀਜ਼ ਸਿਖਾਉਣੀ ਆ ਕਿ ਭਾਈ ਸਾਹਿਬ ਬਹੁਤ ਸਾਰੇ ਬੰਦੇ ਨਹੀਂ ਸਪਾਂਸਰ ਕਰਨੇ, ਅਸੀਂ ਥੋੜੇ ਜਿਹੇ ਬੰਦਿਆਂ ਨੂੰ ਸਿਖਾਉਣਾ। ਕਰਕਸ ਇਹ ਹੈ। ਸੋ ਵੀ ਹੈਵ ਟੂ ਸ਼ੋ ਆਸਕ them whether they want something in life, ਫਿਰ ਉਹਨੂੰ ਦਿਖਾਣਾ ਕਿ ਇਹ ਰਸਤਾ ਹੈ, MLM ਰਸਤਾ ਹੈ। ਫਿਰ ਉਹ MLM ਤੋਂ ਡਰਨਗੇ, ਫਿਰ ਉਹਨੂੰ ਦੱਸਣਾ ਵੀ MLM ਤੋਂ ਡਰਨਾ ਨਹੀਂ, ਇੱਥੇ ਨਾ ਤੂੰ ਕੁਛ ਵੇਚਣ, ਨਾ ਮੈਂ ਤੈਨੂੰ ਕੁਛ ਵੇਚ ਰਿਹਾ, ਨਾ ਤੂੰ ਅੱਗੇ ਕੁਛ ਵੇਚਣਾ। ਹਾਂ, ਇੱਥੇ ਸਿੱਖਣਾ ਹੈ ਤੇ ਫਿਰ ਸਿਖਾਉਣਾ। ਉਹੀ ਚੀਜ਼ ਅਸੀਂ ਕਰਦੇ ਹਾਂ, ਅਸੀਂ ਸਿੱਖਦੇ ਹਾਂ ਪਹਿਲਾਂ MLM, ਫਿਰ ਸਿਖਾਉਂਦੇ ਹਾਂ। ਸੋ ਸਾਡੀ ਸਿੰਪਲ ਫਿਲਾਸਫੀ ਹੈ ਕਿ ਅਸੀਂ ਦੇਖ ਰਹੇ ਹਾਂ ਪਹਿਲਾਂ ਕਿ ਬੰਦੇ ਨੂੰ ਕੁਛ ਚਾਹੀਦਾ ਜ਼ਿੰਦਗੀ 'ਚ। ਦੂਜਾ ਇਹ ਹੈ ਕਿ ਜਦੋਂ ਉਹਨੂੰ ਚਾਹੀਦਾ ਕੁਛ ਤੇ ਉਹਨੇ ਕਿਸੇ ਥਾਂ ਤੇ ਜੇ ਉਹ ਪਿਆ, ਮੰਨ ਲਓ ਇਮੈਜਿਨ ਕਰ ਲਓ ਵੀ ਉਹਨੂੰ ਕੋਈ ਚੀਜ਼ ਚਾਹੀਦੀ ਹੈ ਜਿਹੜੀ ਆਗਰਾ ਪਈ ਹੈ, ਚੰਡੀਗੜ੍ਹ ਅਸੀਂ ਬੈਠੇ ਹਾਂ, ਉਹ ਆਗਰਾ ਪਈ ਹੈ ਚੀਜ਼, ਤੇ ਹੁਣ ਆਗਰਾ ਕਿੱਦਾਂ ਪਹੁੰਚਣਾ? ਉਹ ਵਹੀਕਲ ਤੇ ਜਿਹੜੀ ਚੀਜ਼ ਚਾਹੀਦੀ ਹੈ ਸਾਨੂੰ ਉਹ ਆਗਰਾ ਪਈ ਹੈ, ਜਾਣਾ ਚੰਡੀਗੜ੍ਹ ਤੋਂ, ਜਾਣਾ ਕਿਸ ਚੀਜ਼ ਤੇ? ਵਹੀਕਲ ਤੇ। ਉਹਨੇ ਕਿਹਾ ਵੀ ਠੀਕ ਹੈ, ਇਹ ਨਵਾਂ ਵਹੀਕਲ ਹੈ, ਤੈਨੂੰ ਸਿਖਾਉਂਦੇ ਹਾਂ ਅਸੀਂ ਪਹਿਲਾਂ, ਤੂੰ ਇੱਥੇ ਟ੍ਰੇਨਿੰਗ ਲੈ ਲਾ ਸਾਡੇ ਕੋਲ, ਸਿੱਖ ਲੈ, ਫਿਰ ਚਾਬੀ ਮਾਰੀ
ਤੇ ਜਾ ਕੇ ਆਪਣੀ ਚੀਜ਼ ਲੈ ਆਈ। ਹੁਣ ਤੇਰਾ ਆਗਰਾ ਕਿੰਨੀ ਦੇਰ ਚ ਆਊਗਾ ਉਹ ਤੇਰੀ ਆਪਣੀ ਦੌੜ ਤੇ ਡਿਪੈਂਡ ਕਰੇਗਾ ਵੀ ਕਿੰਨੀ ਕੁਇਕ ਤੂੰ ਭੱਜਣਾ ਚਾਹੇਗਾ, ਕਿੰਨੀ ਕੁਇਕਲੀ ਤੂੰ ਮਤਲਬ ਰਾਹ ਦੇ ਵਿੱਚ ਕਿੰਨੀ ਵਾਰੀ ਪਿਟ ਸਟਾਪ ਲਾਏਗਾ, ਉਹ ਤੇਰੀ ਆਪਣੀ ਚੋਇਸ ਹੋਏਗੀ। But we will teach you first how to drive, and that vehicle will take you to Agra. Very simple. So you know, if you know where you want to go, and if you want to go on that or go to that place, that destination, you need a vehicle. We will give you a vehicle, but we will not just give you the vehicle for the sake of it. We will teach you how to drive that vehicle. That's how simple this whole thing is. So we will not simply galon nahi lani aisi vehicle. We will give you a vehicle, and then we will teach you how to drive it also. So not only will we give you a vehicle, not only will we give you an opportunity, we will also teach you how to run that opportunity. So that's the deal. Okay, this is a good deal. You know, you are concerned about my destination, then you're giving me a vehicle which will take me to that destination, and ताकि मैं राह दे विच किते एक्सीडेंट करके गिर ना जावा या सट ना खा ला, गड्डी ना तोड़ लवा, you will also teach me to drive that vehicle. Yes. So now you are a trained driver of the vehicle of MLM. That is the deal that we make. So ਇਸ ਕਰਕੇ ਟਾਈਮ ਲੱਗੇਗਾ ਥੋੜਾ ਜਿਹਾ, ਉਹ ਕਹਿੰਦਾ ਇਸ ਕਨਸੈਪਟ ਦੇ ਵਿੱਚ, ਇਸ ਸਿਸਟਮ ਦੇ ਵਿੱਚ ਥੋੜਾ ਜਿਹਾ ਇਨੀਸ਼ੀਅਲੀ ਟਾਈਮ ਲੱਗੇਗਾ, but once it gains momentum, ਫਿਰ ਇਹ ਰੁਕੇਗਾ ਨਹੀਂ, because everybody will get leverage of each other. So ਇਹ ਕਨਸੈਪਟ ਹੈਗਾ ਸਾਡਾ ਮਲਟੀ ਲੈਵਲ ਮਾਰਕੀਟਿੰਗ ਦਾ। ਐਂਡ ਹਾਊ ਡਿਡ ਆਈ ਲਰਨ ਇਟ? ਫਰੋਮ ਦਿਸ ਸਿਸਟਮ। ਯੂ ਨੋ, ਇਸ ਸਿਸਟਮ ਨੂੰ ਸਮਝਿਆ, ਕੀਤਾ ਪ੍ਰੈਕਟੀਕਲੀ, then I understood, aha, this is it, you know. So I have to reach somewhere, that is where I want to go, that is what I want, and to reach there I need a vehicle. ਉਹ vehicle ਨੂੰ ਚਲਾਉਣਾ ਮੈਨੂੰ ਨਹੀਂ ਆਉਂਦਾ, I have to learn it. So day 1 ਤੋਂ ਕੋਈ ਵੀ ਬੰਦੇ ਨੂੰ ਤੁਸੀਂ ਸਪਾਂਸਰ ਉਹ ਲੈ ਲਓ ਐਗਰੀਮੈਂਟ ਕਿ ਮੈਨੂੰ ਚਲਾਉਣੀ ਨਹੀਂ ਆਉਂਦੀ ਇਹ। ਜੇ ਉਹਨੂੰ ਆਉਂਦੀ ਹੈ ਚਲਾਉਣੀ, then you find out first what do you know about MLM, ਪਤਾ ਕਰ ਲਓ ਉਹਦੇ ਸਾਰੇ ਪੁਆਇੰਟਸ ਤੁਸੀਂ ਨੋਟ ਕਰ ਲਓ ਵੀ this is what he knows about MLM. Then you say we will have to unlearn how you drive it. Now we will teach you how to drive it correctly, and once you know how to drive it correctly, then you just put the keys in, crank it, fuel it and go. You know, take your friends also with you, 4-5 ਦੋਸਤ ਵੀ ਵਿੱਚ ਬਿਠਾ ਲੈ, ਉਹ ਵੀ ਸਿੱਖੀ ਜਾਣਗੇ ਕਿਸ ਤਰ੍ਹਾਂ ਚਲਾਣੀ, ਡਰਾਈਵ ਕਰਨੀ ਤੇਰੀ ਸਿੱਖੀ ਹੋਈ ਹੈ ਤੂੰ, ਰਾਹ 'ਚ ਬੈਠੇ ਉਹਨਾਂ ਨੂੰ ਸਿਖਾਉਂਦਾ ਚਲਾ ਜਾਈਂ, 4-5 ਬੰਦੇ ਦੋਸਤ ਨਾਲ ਗੱਡੀ 'ਚ ਬਿਠਾ ਲੈ, ਉਹਨਾਂ ਨੂੰ ਵੀ ਸਿਖਾਉਂਦਾ ਚਲਾ ਜਾਈਂ ਕਿਸ ਤਰ੍ਹਾਂ ਡਰਾਈਵ ਕਰਨੀ ਹੈ। That is all. That's all. ਇਹ ਤੋਂ ਜ਼ਿਆਦਾ ਹੋਰ ਕੁਛ ਨਹੀਂ ਕਰਨਾ। I hope this makes sense to you. And this thing makes sense to you, then you have to use the tools only. ਅਗਲੀ ਚੀਜ਼ ਇਹ ਹੈ ਕਿ ਇਹਨੂੰ ਕਰਨਾ ਕਿੱਦਾਂ, ਇਹਦੇ ਲਈ ਮੈਨੂੰ ਕਿੰਨਾ ਕੁਛ ਆਉਣਾ ਚਾਹੀਦਾ। ਕੁਛ ਵੀ ਨਹੀਂ, ਇੱਕ ਕਿਤਾਬ ਤੁਹਾਡੀ ਜੇਬ 'ਚ ਹੋਣੀ ਚਾਹੀਦੀ ਹੈ, ਉਹਦਾ ਹੀ ਪਹਿਲਾ ਪੰਨਾ ਕੱਢਿਆ ਤੇ ਉਹਨੂੰ ਪੜ੍ਹਾਤਾ ਬੰਦੇ ਨੂੰ, ਦੋਸਤ ਨੂੰ, ਕਿਆ ਪੜ੍ਹੀ ਯਾਰ, ਕੀ ਲਿਖਿਆ ਮੈਨੂੰ ਸਮਝਾਈ ਜਰਾ। ਉਹ ਪੜ੍ਹਦਾ, ਉਹ ਕਹਿੰਦਾ ਬਾਅਦ 'ਚ ਲਿਖਿਆ ਹੁੰਦਾ if you're interested I can give you some information. ਉਹ ਕਹਿੰਦੇ ਇਹ ਇਨਫੋਰਮੇਸ਼ਨ ਕਿੱਥੇ ਹੈ? ਉਹੀ ਬੰਦ ਕਰੋ ਪੰਨਾ, ਉਹਨੂੰ ਕਹਾ ਆ ਲੈ ਫੜ, ਇਹੀ ਇਨਫੋਰਮੇਸ਼ਨ ਹੈ, ਇਹ ਪਕੜੋ ਲੈ ਜਾਓ। पर हाँ, ज्यादा सारी पढ़ने की जरूरत नहीं है, पहले 4-5 चैप्टर पढ़ लेना, बस तेरे को काफी कुछ समझ आ जाएगा। बस हाँ बस चलो, दैट्स इट। जे वो नहीं पढ़ता कोई प्रॉब्लम नहीं, डू इट विद द नेक्स्ट। जो भी नहीं पढ़ता डू इट विद द नेक्स्ट, नेक्स्ट यू विल फाइंड समवन। और ਤੁਹਾਨੂੰ ਇਸ ਤਰ੍ਹਾਂ ਤੁਸੀਂ ਕਿਸੇ ਨੂੰ ਦੋਗੇ, ਅਪਰੋਚ ਕਰੋਗੇ, ਉਹੀ ਕੋਈ ਨਾ ਕੋਈ ਤੁਹਾਨੂੰ ਰੈਫਰ ਕਰ ਦੇਗਾ ਬੰਦਾ, यार तेरी वो जो किताब पढ़ी थी ना, मेरा एक दोस्त मांग रहा था, दे दूं। सो इस तरह हो जाएगा ਤੁਹਾਡੇ ਨਾਲ। So I know that this will happen like this only when our attitude comes to this. That's why this chapter is very, very vital, and he has included in this book for a reason. And we are blessed that we are at a stage we understand all these things, we understand MLM, and I'm happy for you guys ਕਿ ਤੁਹਾਨੂੰ ਹੁਣ ਥੋੜਾ ਧਿਆਨ ਜਿਹੜਾ ਹੈਗਾ MLM ਨੂੰ ਪਹਿਲਾਂ ਸਮਝਣ ਵੱਲ ਹੋ ਗਿਆ ਕਰਨ ਨਾਲੋਂ ਜ਼ਿਆਦਾ। That is most vital thing. Whenever you talk to someone, bring someone in the business, ਉਹਨੂੰ ਕਹੇ ਵੀ ਸਮਝਣ ਲਈ ਜ਼ਿਆਦਾ ਸਮਾਂ ਲਾ ਦੀ, ਹੋ ਤਾਂ ਇਹਨੇ ਆਪੇ ਹੀ ਜਾਣਾ। ਸੋ that makes me very, very happy ਕਿ ਲੋਕਾਂ ਨੂੰ ਏਦਾਂ ਲੱਗੇਗਾ ਬੜਾ ਸਲੋ ਹੈ ਤੁਹਾਡਾ ਪ੍ਰੋਸੈਸ, ਬਟ ਨਹੀਂ, when you meet people they will be blessed to meet you, because you will be talking totally different things about this industry called MLM. Over to you, ਇਹਦੇ ਬਾਰੇ ਕੋਈ ਰਿਵਿਊ ਹੋਏ, something you made sense to you, made you feel excited or enthusiastic, do share it with me. I'm all ears, I'm listening to you. Thank you.
ਟਾਈਮ ਘੱਟ ਹੀ ਆ ਆਪਣੇ ਕੋਲ। ਹਾਂਜੀ ਭਾਈ, ਥੈਂਕ ਯੂ ਭਾਈ, ਬਹੁਤ ਵਧੀਆ ਪ੍ਰੈਜੈਂਟੇਸ਼ਨ। ਤੇ ਇੱਕ ਦੋ ਇਨਪੁਟ ਸੀਗਾ ਭਾਜੀ, ਇੱਕ ਤਾਂ ਰਿਕੁਐਸਟ ਹੀ ਆ ਕਿ ਇੱਕ ਜੇ ਆਪਾਂ ਇਹਨੂੰ ਨਾ ਲਿੰਕ ਜਿਹੜਾ ਭੇਜਦੇ ਆ ਉਹਦੇ ਵਿੱਚ ਪਾਸਵਰਡ ਤੇ ਆਈਡੀ ਦੀ ਜਗ੍ਹਾ ਤੇ ਆਪਾਂ ਲਿੰਕ ਭੇਜਦੇ ਨਾ, ਮੈਨੂੰ ਲੱਗਦਾ ਕਿ ਉਹ ਜਿਵੇਂ ਟਰੈਵਲ ਕਰਦੇ ਕਰਦੇ ਨਾ ਫਿਰ ਉਹ ਇਨਪੁਟ ਪਾਉਣੀਆਂ ਪੈਂਦੀਆਂ ਤੇ ਉਹ ਫਿਰ ਕਈ ਵਾਰ ਕਨੈਕਟ ਨਹੀਂ ਹੋ ਪਾਉਂਦਾ। ਤੇ ਉਹ ਲਿੰਕ ਜਿਵੇਂ ਇੱਕ ਦਿਨ ਮਾਨਵ ਨੇ ਭੇਜਿਆ ਸੀ ਉਹ ਜ਼ਿਆਦਾ ਕਨਵੀਨੀਅੰਟ ਆ ਤੇ ਇਮੀਡੀਏਟਲੀ ਚੱਲਦੇ ਚੱਲਦੇ ਬੰਦਾ ਡਰਾਈਵ ਕਰਦੇ ਕਰਦੇ ਕਲਿੱਕ ਕੀਤਾ, ਕਿਉਂਕਿ ਉਹਨਾਂ ਅੰਦਰ ਮੇਰੇ ਕੈਮਰੇ ਕੁਮਰੇ ਲੱਗੇ ਆ ਤੇ ਫਿਰ ਕੈਬਿਨ 'ਚ ਤੁਸੀਂ ਬਾਰ-ਬਾਰ ਟੱਚ ਕਰਦੇ ਹੋ ਸਕਰੀਨ ਤੇ ਫਿਰ ਉਹ ਵਾਇਲੇਸ਼ਨ ਆ ਜਾਂਦੀ ਹੈ। ਐਵੇਂ ਕਿਸੇ ਦੀ ਵੀ ਪ੍ਰੋਬਲਮ ਹੋ ਸਕਦੀ ਆ ਤੇ ਉਹ ਲਿਖਦਾ ਹੋਊਗਾ ਕਿ ਥੋੜਾ ਜਿਹਾ ਕਨਵੀਨੀਅੰਟ ਹੋ ਜਾਊਗਾ। ਤੇ ਇੱਕ ਇਹ ਸੀਗਾ ਕਿ ਜਿਹੜੀ 45 ਜਿਵੇਂ ਹੁਣ ਆਪਣੀ ਐਵਰੀਡੇ ਇੱਕ ਜ਼ੂਮ ਕਾਲ ਹੁੰਦੀ ਆ ਨਾ, ਜਾਂ ਕਿਸੇ ਨਾਲ ਤਰੀਕੇ ਕਰਕੇ ਉਹਨੂੰ ਆਪਾਂ ਜੇ ਇੱਕ 'ਚ ਫਿਨਿਸ਼ ਕਰਨ ਦੀ ਕੋਸ਼ਿਸ਼ ਕਰੀਏ, ਕਿਉਂਕਿ ਕੱਲ ਦੇਖੋ ਅੱਜ ਵੀ 8-10 ਬੰਦੇ ਜਿਹੜੇ ਚਲੇ ਗਏ ਹੁਣ ਦੁਬਾਰਾ ਕਨੈਕਟ ਨਹੀਂ ਹੋ ਪਾਉਂਦੇ ਕਈ ਵਾਰ। ਮੈਂ ਪਰਸੋਂ ਚੌਥੇ ਕਨੈਕਟ ਨਹੀਂ ਕਰ ਪਾ ਰਿਹਾ ਦੁਬਾਰਾ। ਤੇ ਉਹਦੇ 'ਚ ਕੀ ਹੈ ਫਿਰ ਹੁਣ ਜਿਵੇਂ ਇਹ ਸੈਕਿੰਡ ਪੋਰਸ਼ਨ ਆ ਇਹ ਕਾਫੀ ਮਿਸ ਹੋ ਜਾਂਦਾ, ਉਹਨਾਂ ਬੰਦਿਆਂ ਦਾ ਵੀ ਮਿਸ ਹੋ ਜਾਂਦਾ ਹੈ ਨਾ। ਤੇ ਕਾਫੀ ਯੂਜ਼ਫੁਲ ਇਨਫੋਰਮੇਸ਼ਨ ਹੁੰਦੀ ਹੈ ਜਿਹੜੀ ਮਿਸ ਰਹਿ ਜਾਂਦੀ ਹੈ ਨਾ, ਨਹੀਂ ਬੰਦਾ ਗ੍ਰੈਬ ਕਰ ਪਾਉਂਦਾ ਕਿਉਂਕਿ ਕਨੈਕਟ ਨਹੀਂ ਕਰ ਪਾਉਂਦਾ ਤੇ ਉਹ ਨਿਕਲ ਜਾਂਦੀ ਹੈ ਇਨਫੋਰਮੇਸ਼ਨ। ਤੇ ਇੱਕ ਤਾਂ ਮੇਰੀ ਇਹ ਸੀਗਾ ਕਿ ਆਪਾਂ ਜੇ ਇਹਨੂੰ ਇੱਕੋ 'ਚ ਕਨਕਲੂਡ ਕਰ ਲਈਏ, ਮਤਲਬ ਜੇ ਕਿਸੇ ਨੇ ਫੀਡਬੈਕ ਦੇਣਾ ਜਾਂ ਕੁਝ ਕਰਨਾ ਆਪਣਾ ਹੈਂਡ ਰੇਜ਼ ਕਰ ਸਕਦਾ, ਤੁਹਾਡੇ ਕੋਲ ਆ ਜਾਣੀ ਹੈ ਰਿਕੁਐਸਟ, ਤੁਹਾਨੂੰ ਪਤਾ ਲੱਗ ਜਾਣਾ ਕਿ ਫੀਡਬੈਕ ਵੀ ਦੇਣਾ ਜਾਂ ਕੁਝ ਜੋ ਵੀ ਇਹਦੀ ਇਨਪੁਟ ਆ। ਹੈਲੋ ਇਹ ਸਾਰੀਆਂ ਕਾਲਸ ਰਿਕਾਰਡਡ ਨੇ ਭਾਜੀ, ਕੱਲ ਵਾਲੀ ਵੀ ਸੀਗੀ, ਅੱਜ ਵਾਲੀ ਵੀ ਹੈ, ਇਹ ਵੀ ਰਿਕਾਰਡ ਹੋ ਰਹੀ ਹੈ। ਤੇ ਜਿਹੜਾ ਲਿੰਕ ਵਾਲੀ ਗੱਲ ਹੈਗੀ ਉਹ ਜਿਹੜਾ ਤੁਹਾਡੇ ਕੋਲ ਲਿੰਕ ਇੱਕ ਵਾਰ ਪਹੁੰਚ ਗਿਆ ਉਹ ਯੂਨੀਵਰਸਲ ਹੈ ਸਭ ਦਾ। ਇੱਕ ਵਾਰ ਜਿਹੜਾ ਲਿੰਕ ਬਣ ਗਿਆ ਉਹੀ ਰਹੇਗਾ ਹਮੇਸ਼ਾ। ਤੁਸੀਂ ਹਮੇਸ਼ਾ ਉਹਨੂੰ ਸਟੋਰ ਕਰ ਲਓ, ਆਪਣਾ ਸਟਾਰ ਕਰ ਲਓ ਤੇ ਲਿੰਕ ਰਾਹੀਂ ਐਡ ਹੋ ਜਾਇਆ ਕਰੋ। ਤੁਹਾਨੂੰ ਇੱਕ ਵਾਰੀ ਮੈਂ ਆਪਣਾ ਵੀ ਲਿੰਕ ਭੇਜ ਦਿਆਂਗਾ ਤੁਹਾਨੂੰ ਪਰਮਾਨੈਂਟ ਜਿਹੜਾ ਮੇਰਾ ਹੈਗਾ। ਤੇ ਹਾਂ, ਤੇ ਇਹ ਰਿਕਾਰਡ ਹੁੰਦੀਆਂ ਨੇ ਸਾਰੀ ਕਾਲਸ। ਕਈ ਵਾਰ ਹੁਣ ਜਿਹੜੇ ਬੰਦੇ ਟੈਲੀਕਾਮ 'ਚ ਹੈਗੇ ਨੇ ਉਹਨਾਂ ਦੀ ਕਾਲਸ ਆ ਜਾਂਦੀਆਂ ਵਿੱਚੋਂ ਜਾਂ ਕਿਤੇ ਬਿਜ਼ੀ ਹੋ ਗਿਆ ਤੇ ਤਾਂ ਉਹ ਸ਼ਾਇਦ ਨਹੀਂ ਰੀਜੁਆਇਨ ਕਰ ਪਾਉਂਦੇ, ਪਰ ਰਿਕਾਰਡਡ ਹੈ ਸਾਰਾ ਕੁਝ। ਪਰਸੋਂ ਮੇਰੇ ਤੋਂ ਰੀਜਨ ਹੋਈ ਨਹੀਂ ਪਾਈ, ਪਤਾ ਨਹੀਂ, ਮੈਂ ਕਾਫੀ ਟਰਾਈ ਕੀਤੀ, 8-10 ਵਾਰ ਟਰਾਈ ਕੀਤਾ, ਕਨੈਕਟ ਹੀ ਨਹੀਂ ਹੋ ਪਾਇਆ। ਹਾਂਜੀ, ਉਹ ਇੱਥੇ ਵੀ ਹੋ ਜਾਂਦਾ ਜੀ, ਕੈਸ਼ੇ ਆ ਜਾਂਦਾ, ਉਹ ਬਣਿਆ ਹੁੰਦਾ ਪੁਰਾਣਾ ਫੋਨ ਦੇ ਵਿੱਚ ਕੈਸ਼ੇ, ਉਹਨੂੰ ਰੀਸਟਾਰਟ ਕਰ ਲਓ ਫੋਨ ਨੂੰ ਫਿਰ ਚੱਲ ਪੈਂਦਾ। ਪਰ ਇਹਦੀ ਰਿਕਾਰਡਿੰਗ ਹੁੰਦੀ ਹੈ ਸਾਡੇ ਕੋਲ, ਨੋ ਵਰੀਜ਼ ਅਬਾਊਟ ਇਟ। ਅਮਰਿੰਦਰ ਨਾਲ ਬੈਠਾ ਰਿਕਾਰਡ ਕਰਦਾ ਰਹਿੰਦਾ। ਉਹਦਾ YouTube ਜਿਹੜਾ ਹੈਗਾ ਲਿੰਕ ਅਮਰਿੰਦਰ ਭਾਜੀ ਉਹਨਾਂ ਨੂੰ, ਰਣਬੀਰ ਭਾਜੀ ਨੂੰ ਡਾਇਰੈਕਟ ਭੇਜ ਦਿਓ ਤਾਂ ਕਿ ਉਹ ਫਿਰ ਜਿਹੜੀ ਚੀਜ਼ ਕੋਈ ਮਿਸ ਹੋ ਜੇ ਪਤਾ ਲੱਗ ਜਾਏਗਾ। ਥੈਂਕ ਯੂ ਸੋ ਮਚ। ਥੈਂਕ ਯੂ।